ਕੁਝ ਮੁਲਾਕਾਤਾਂ ਸਿਰਫ ਮੁਲਾਕਾਤਾਂ ਨਹੀਂ ਹੁੰਦੀਆਂ ਬਲਕਿ ਬੰਦੇ ਨੂੰ ਉਹਦੇ ਬਚਪਨ 'ਚ ਵਾਪਸ ਲੈ ਜਾਂਦੀਆਂ ਨੇ। ਜਾਪਾਨ ਵਿੱਚ ਰਹਿੰਦੇ ਹੋਇਆਂ ਜਵੇਦ ਖਾਲਿਕ ਬਾਈ ਨੂੰ ਫੇਸਬੁੱਕ 'ਤੇ ਮੈਂ ਫਾਲੋ ਕੀਤੇ ਅਸੀਂ ਤੇ ਉਹਨਾਂ ਨੂੰ ਮੈਸੇਜ ਕੀਤਾ ਕਿ ਤੁਹਾਨੂੰ ਮਿਲਣ 'ਤੇ ਬਹੁਤ ਦਿਲ ਕਰਦਾ ਹੈ ਤੇ ਉਹਨਾਂ ਨੇ ਨਾ ਕਿ ਮੈਨੂੰ ਫੌਰਨ ਜਵਾਬ ਦਿੱਤਾ ਬਲਕਿ ਮੈਨੂੰ ਮੋਸਟ ਵੈਲਕਮ ਕਿਹਾ। ਮੇਰੀ ਖੁਸ਼ਕਿਸਮਤੀ ਪਾਕਿਸਤਾਨ ਪਹੁੰਚਿਆ ਤੇ ਆਪਣੇ ਇੱਕ ਹੋਰ ਦੋਸਤ ਦੇ ਨਾਲ ਚੀਚਾ ਵਤਨੀ ਡੇਰਾ ਜਵੇਦ ਖਾਲਿਕ ਪਹੁੰਚ ਗਿਆ। ਉੱਥੇ ਜਿਹੜਾ ਵਕਤ ਉਹਨਾਂ ਨਾਲ ਗੁਜ਼ਾਰਿਆ ਉਹ ਮੈਂ ਅਲਫਾਜ਼ 'ਚ ਬਿਆਨ ਨਹੀਂ ਕਰ ਸਕਦਾ। ਟਿਊਬਵੈੱਲ 'ਤੇ ਨਹਾਤਾ, ਦਰਖਤਾਂ ਦੀ ਛਾਂ 'ਚ ਬਹਿ ਕੇ ਬਜ਼ੁਰਗਾਂ ਨਾਲ ਗੱਪਸ਼ਪ ਲਾਈ, ਪਿੰਡ ਦੀਆਂ ਗਲੀਆਂ ਵਿੱਚ ਘੁੰਮੇ, ਉਹਨਾਂ ਦਾ ਪੁਰਾਣਾ ਘਰ ਵੇਖਿਆ ਅਤੇ ਉਹਨਾਂ ਦੀ ਫੈਮਿਲੀ ਨਾਲ ਬਹਿ ਕੇ ਖਾਣਾ ਖਾਧਾ ਅਤੇ ਆਖਰ 'ਤੇ ਇੱਕ ਬਹੁਤ ਹੀ ਖੂਬਸੂਰਤ ਗਰੂਬੇ ਆਫਤਾਬ ਵੇਖਿਆ। ਟਿਕਟੋਕ ਤੋਂ ਮੇਰੀ ਚੀਚਾ ਵਤਨੀ ਦੀ ਸਟੋਰੀ ਵੇਖ ਕੇ ਕਾਫੀ ਲੋਕ ਮੈਨੂੰ ਜਵੇਦ ਭਾਈ ਦੇ ਡੇਰੇ 'ਤੇ ਮਿਲਣ ਆ ਗਏ ਅਤੇ ਜਵੇਦ ਭਾਈ ਨੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਰਿਸਪੈਕਟ ਦਿੱਤੀ। ਬਾਕੀ ਤੁਸੀਂ ਵਲੌਗ ਇੰਜੋਏ ਕਰੋ। ਮੈਂ ਬਹੁਤ ਜ਼ਿਆਦਾ ਬੋਲਾਂਗਾ ਨਹੀਂ, ਲੇਕਿਨ ਜਿਹੜੇ ਲੋਕ ਪਿੰਡ ਤੋਂ ਕਾਫੀ ਦੂਰ ਨੇ ਮੈਨੂੰ ਉਮੀਦ ਹੈ ਕਿ ਉਹ ਆਪਣੇ ਪਿੰਡ ਨੂੰ ਬਹੁਤ ਜ਼ਿਆਦਾ ਮਿਸ ਕਰਨਗੇ ਵੀਡੀਓ ਵੇਖ ਕੇ। ਖੜਕਾਈਏ ਕੁੰਡੀ। अस्सलामुअलैकुम। सुनाओ ਕੀ ਹਾਲ ਚਾਲ? माशाल्लाह जी आया जी। ਠੀਕ ਹੈ ਜੀ, ਮਾਸ਼ਾਅੱਲਾ। ਟਿਊਬਵੈੱਲ ਚੱਲ ਰਹੇ हाँ जी ਰੈਡੀ ਹੈ? रेडी है तुसी बस छाल मारनी है विच। ਅੱਛਾ, ਸਾਡੇ ਨਾਲ ਨਹਾਓਗੇ? हाँ जी सर मैं तो रोज नहाना है। ਮੈਂ ਸੋਚ ਕੇ ਐਸਾ ਜੇ ਤੁਸੀਂ ਨਾ ਨਹਾਤੇ ਤੇ ਫਿਰ ਮੈਂ ਵੀ ਨਹੀਂ ਨਹਾਵਾਂ। नहीं मैं तो रोज ही नहाना है। ਅੱਛਾ, दो ही चीज़ां बजदियां इत्थे, एक नहाना, एक छां थल्ले बहना ते एक सनसैट देखना। ਅੱਛਾ, ਮਾਸ਼ਾਅੱਲਾ। ਦੋਸਤੋ, ਜ਼ਿੰਦਗੀ ਦੇ ਵਿੱਚ ਐਸੇ ਬੜੇ ਹੀ ਥੋੜ੍ਹੇ ਮੌਕੇ ਆਉਂਦੇ ਨੇ ਕਿ ਤੁਸੀਂ ਕਿਸੇ ਇਨਸਾਨ ਨੂੰ ਮਿਲੋ ਔਰ ਤੁਹਾਨੂੰ ਇੰਝ ਲੱਗੇ ਹੀ ਨਾ ਕਿ ਤੁਸੀਂ ਉਹਨੂੰ ਪਹਿਲੀ ਦਫਾ ਮਿਲ ਰਹੇ ਹੋ। ਜਵੇਦ ਖਾਲਿਕ ਭਾਈ ਵੀ ਉਹਨਾਂ ਇਨਸਾਨਾਂ ਦੇ ਵਿੱਚੋਂ ਇੱਕ ਇਨਸਾਨ ਨੇ। ਇੰਸਟਾਗ੍ਰਾਮ 'ਤੇ ਇਹਨਾਂ ਦੇ 4 ਲੱਖ ਪਲੱਸ ਫਾਲੋਅਰ ਵੀ ਨੇ ਅਤੇ ਇਹ ਆਪਣੇ ਪਿੰਡ ਨੂੰ ਬਹੁਤ ਅੱਛੇ ਤਰੀਕੇ ਨਾਲ ਪੋਰਟਰੇਟ ਕਰਦੇ ਨੇ ਔਰ ਆਪਣੇ ਪਿੰਡ ਨੂੰ ਬਹੁਤ ਅੱਛਾ ਪ੍ਰਮੋਟ ਕਰਦੇ ਨੇ। ਅਤੇ ਟਿਊਬਵੈੱਲ ਹੋ ਗਿਆ ਰੈਡੀ ਅਤੇ ਹੁਣ ਅਸੀਂ ਨਹਾਉਣਾ ਚਾਲੂ ਕਰਨੇ ਹਾਂ। ਦੋਸਤੋ, ਯਕੀਨ ਕਰੋ ਜਦੋਂ ਮੈਂ ਇਹ ਵੀਡੀਓ ਬਣਾ ਰਿਹਾ ਸਾਂ ਨਾ ਤੇ ਮੈਨੂੰ ਸਮਝ ਹੀ ਨਹੀਂ ਸੀ ਆ ਰਹੀ ਕਿ ਮੈਂ ਕੈਮਰੇ 'ਚ ਬੋਲਾਂ ਕੀ। मेरे को अल्फाज नहीं है, मेरी बोलती बंद हो गई है। बस महसूस कर रहे हैं, ज़्यादा बोलना भी नहीं चाहता। बाकी वॉइस ओवर पा देंगा। फट्टी लाओगे? दो तीन पोर्शन में अच्छा, अगर असली नहाना नहीं है, डायरेक्ट फसल में पानी लाना है ना, तो फिर 0 पॉइंट नीचे है जो टूबल चलेगा। ਪਿੰਡ ਦੇ ਵਿੱਚ ਖਾਸ ਬੰਦਿਆਂ ਦੀ ਇਹ ਵੀ ਇੱਕ ਆਦਤ ਹੁੰਦੀ ਕਿ ਉਹ ਇੱਕ ਗੱਲ ਨੂੰ ਬਹੁਤ ਅੱਛੇ ਤਰੀਕੇ ਨਾਲ ਸਮਝਾਉਂਦੇ ਨੇ। ਖਾਸ ਤੌਰ 'ਤੇ ਜਿਹੜੇ ਬਜ਼ੁਰਗ ਨੇ ਉਹ ਬੱਚਿਆਂ ਨੂੰ ਬਹੁਤ ਪਿਆਰੀਆਂ ਗੱਲਾਂ ਸਮਝਾਉਂਦੇ ਨੇ ਦਰਖਤ ਦੀ ਛਾਂ 'ਤੇ ਬਹਿ ਕੇ ਹੁੱਕਾ ਛਿੱਕਦੇ ਹੋਏ। ਜਿਸ ਤਰ੍ਹਾਂ ਹੀ ਮੈਂ ਆਪਣੇ ਬੂਟ ਲਾਏ ਨੇ ਅਤੇ ਜਵੇਦ ਭਾਈ ਦੇ ਜਿਹੜੇ ਚਾਚਾ ਜੀ ਨੇ ਉਹ ਦਰਖਤ ਦੇ ਥੱਲੇ ਬੈਠੇ ਨੇ, ਉਹਨਾਂ ਨੇ ਆਵਾਜ਼ਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ, ਕੋਈ ਇਹਨੂੰ ਜੁੱਤੀ ਦਿਓ ਮੁੰਡਿਓ, ਇਹਨੂੰ ਤੋਲੀਆ ਦਿਓ, ਇਹ ਪੈਰ ਖੁਸ਼ਕ ਕਰੇ ਆਪਣੇ। ਉਹਨਾਂ ਨੂੰ ਪਤਾ ਹੈ ਕਿ ਗਿੱਲੇ ਪੈਰਾਂ ਦੇ ਵਿੱਚ ਜਰਾਬਾਂ ਪਾਉਣ ਨਾਲ ਕਿੰਨੀ ਉਲਝਣ ਹੁੰਦੀ ਹੈ। ਸਾਡੇ ਹੱਥ ਲਿਆਂਦੀ ਹੈ, ਸਾਡੇ ਬੂਟ ਗਿੱਲੇ ਹੋਏ। ਓਕੇ, और ठंडा अंदर आ जाना है, ठीक है। ओके। और शुरू करांगा, तुसी फ्रंट पे आओगे ना। ਦੋਸਤੋ, ਮੈਂ ਇੰਨਾ ਇੰਜੋਏ ਕਰ ਰਿਹਾ ਸਾਂ ਕਿ ਮੈਂ ਕੈਮਰਾ ਬਾਜ਼ਗਾਤ ਸਾਈਡ 'ਤੇ ਰੱਖ ਦਿੰਦਾ ਸਾਂ ਅਤੇ ਜਵੇਦ ਭਾਈ ਜਿਹੜੇ ਨੇ ਉਹ ਖੁਦ ਕਿਉਂਕਿ ਵੀਡੀਓ ਬਣਾਉਂਦੇ ਨੇ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਨੂੰ ਵੀਡੀਓ ਵੀ ਬਣਾਉਣੀ ਚਾਹੀਦੀ ਹੈ ਅਤੇ ਫਿਰ ਉਹ ਮੈਨੂੰ ਵੀਡੀਓ ਬਣਾਉਣ 'ਚ ਵੀ ਕਾਫੀ ਉਹਨਾਂ ਨੇ ਤਾਵਨ ਕੀਤਾ ਨਾ। ਮੇਰਾ ਕੈਮਰਾ ਫੜ ਕੇ ਉਹਨਾਂ ਨੇ ਇਹ ਸੀਨ ਇੱਕ ਬੜਾ ਅੱਛਾ ਕੈਪਚਰ ਕੀਤਾ, ਮੈਨੂੰ ਦੱਸਿਆ ਕਿ ਅਸੀਂ ਇਸ ਤਰ੍ਹਾਂ ਨਹਾਉਂਦੇ ਹਾਂ, ਪਿੰਡ ਦੇ ਵਿੱਚ ਬੱਚੇ ਇਸ ਤਰ੍ਹਾਂ ਖੇਡੀਆਂ ਕਰਦੇ ਨੇ। ਇਹਨੂੰ ਕਹਿੰਦੇ ਨੇ ਫਨ। फन फन जिदा सप दा। हाँ, फन फन सप दा फन। ਇਹ ਨਿੱਕੀਆਂ ਨਿੱਕੀਆਂ ਖੇਡਾਂ ਹੀ ਆ ਜੀ ਵਿੱਚ, ਇਹ ਇੰਜੋਏ ਹੈ। ਇਹ ਗੇਮ ਹੈ, ਉਹਨੂੰ ਕਹਿੰਦੇ ਆ ਕੋਨਾ ਮਲਣਾ। ਹਾਂਜੀ 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 ਉਹਨੇ ਖੇਲੀ ਦੀ ਹੈ। ਉਹਦੇ ਵਾਸਤੇ ਨਾ 5 ਬੰਦੇ ਚਾਹੀਦੇ ਆ। ਪੰਜ ਕੋਨੇ ਮਲ ਲਈਦੇ ਨੇ। अच्छा, ਇੱਕ ਬੰਦਾ ਫੰਡੇ ਤੋਂ ਲੈਂਦਾ ਹੈ। ਤੁਸੀਂ ਨਾ ਕੋਨੇ ਆਪਸ ਸਵਿਚ ਕਰਨੇ ਹੁੰਦੇ ਨੇ। स्विच कर ਵਿੱਚ ਕੋਈ ਹੋਰ ਨਹੀਂ ਆਏਗਾ। ਹਾਂ ਇੱਕ ਉੱਤੇ ਇੱਕ ਉੱਤੇ ਇੱਕ ਉੱਤੇ ਇੱਕ ਉੱਤੇ। ਹਾਂਜੀ, ਪੰਜਵਾਂ ਬੰਦਾ ਵਿੱਚ ਉਹਨੇ ਉਹਦੇ ਨਾਲ ਕੋਨਾ ਚੇਂਜ ਕਰਨਾ ਹੈ। ਤੁਸੀਂ ਭੱਜ ਕੇ ਉਹਦਾ ਕੋਨਾ ਮੰਨਣਾ। ਉਹਦੇ ਪਹੁੰਚਣ ਤੋਂ ਪਹਿਲੇ ਵਿੱਚ ਵਾਲੇ ਬੰਦੇ ਨੇ ਜਿੰਨੀ ਦੇਰ ਤੱਕ ਕੋਨਾ ਨਹੀਂ ਮੰਨਣਾ ਉਹਨੇ ਵਿੱਚ ਹੀ ਖੱਜਲ ਹੀ ਹੋਣਾ। ਉਹ ਖੱਜਲ ਹੀ ਹੋਣਾ। ਉਹ ਖੱਜਲ ਹੀ ਹੋਣਾ। ਵਾਹ ਰੇ ਵਾਹ। ਅਗਰ ਮੈਂ ਇਮਾਨਦਾਰੀ ਨਾਲ ਦੱਸਾਂ ਤਾਂ ਅਸੀਂ ਇਹੀ ਸੋਚ ਕੇ ਆਏ ਸਾਂ ਕਿ ਅਸੀਂ ਇੱਥੇ ਅੱਧਾ ਪੌਣਾ ਘੰਟਾ ਬਵਾਂਗੇ, ਕੋਈ ਗੱਪਸ਼ਪ ਲਾਵਾਂਗੇ ਔਰ ਫਿਰ ਅਸੀਂ ਨਿਕਲ ਜਾਵਾਂਗੇ, ਕਿਉਂਕਿ ਹਰ ਬੰਦੇ ਦੀ ਆਪਣੀ ਮਸਰੂਫੀਅਤ ਹੁੰਦੀ ਹੈ। ਲੇਕਿਨ ਇਹਨਾਂ ਨੇ ਜਿਉਂ ਸਾਨੂੰ ਟਾਈਮ ਦਿੱਤਾ ਔਰ ਸ਼ਾਮ ਤੱਕ ਸਾਡੇ ਨਾਲ ਹੀ ਰਹੇ, ਬਲਕਿ ਇਹਨਾਂ ਨੇ ਪੂਰਾ ਸਾਨੂੰ ਪ੍ਰੋਟੋਕੋਲ ਦਿੱਤਾ ਕਿ ਇੱਕ ਯਾਦਗਾਰ ਦਿਨ ਬਣੇ ਇਹਨਾਂ ਦਾ।
ਔਰ ਬਹੁਤ ਹੀ ਅੱਛੀਆਂ ਅਸੀਂ ਗੱਲਾਂ ਕੀਤੀਆਂ, ਗੱਪਸ਼ਪ ਲਾਈ, ਬਲਕਿ ਇਹਨਾਂ ਦਾ ਦਿਲ ਸੀ ਕਿ ਅਸੀਂ ਰਾਤ ਨੂੰ ਇੱਥੇ ਹੀ ਰਹੀਏ। ਹਾਂਜੀ ਹਾਂਜੀ ਜ਼ਬਾਨ ਦੇ ਜੀ ਜੀ ਹਾਂ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਭਾਈ ਜ਼ਬਾਨ ਹੁੰਦਾ ਜਦੋਂ ਤੁਸੀਂ ਉਧਰੋਂ ਐ ਨੂੰ ਆਏ ਨਾ। ਜੀ ਜੀ ਯਕੀਨ ਕਰੋ ਭਾਈ ਹੋਰੀ ਉੱਧਰ ਜਦੋਂ ਗਏ ਨਾ, ਮੈਂ ਕਿਹਾ ਲੱਗਦਾ ਦੇਸੀ ਕੁੱਕਰ ਢਾਉਣ ਲੱਗੇ ਨੇ। ਮੈਂ ਕਿਹਾ ਅੱਜ ਵੀਡੀਓ ਇਹਨਾਂ ਦੇ ਵੀ ਬਣਾਉਣ ਲੱਗੇ ਨੇ ਕਿ ਇਹ ਦੇਸੀ ਕੁੱਕਰ ਮਾਸ਼ਾਅੱਲਾ ਇੰਜ ਦਾ ਉੱਥੇ ਜਿਹੜੇ ਬਲੌਗ ਬਣਾਉਂਦੇ ਸੇਮ ਐਸੇ ਫੋਨ ਤੋਂ ਬਣਾਉਂਦੇ ਜੀ। ਇਹੀ ਫੋਨ ਇਹੀ ਫੋਨ ਤੋਂ ਮੈਨੂੰ ਤਾਂ ਆਈਡੀਆ ਹੈ। ਇਹ ਕਹਦੇ ਤੋਂ ਬਣਾਉਣਾ ਹਾਂ ਯਾਨੀ ਮਾਸ਼ਾਅੱਲਾ ਬੜੀ ਅੱਛੀ ਵਲੋਗਿੰਗ ਕਰਦੇ ਆ। ਸਾਡਾ ਡੇਲੀ ਤੁਹਾਡੀਆਂ ਸਕੂਟੀਆਂ ਵਗੈਰਾ ਜਿਹੜੀਆਂ ਉੱਥੇ ਤੁਹਾਡੇ ਮੈਂ ਦੇਖਦਾ ਹੁੰਦਾ ਅਕਸਰ ਤੁਹਾਨੂੰ। ਅੱਛਾ ਬਹੁਤ ਸ਼ੁਕਰੀਆ। ਮੈਂ ਤੁਹਾਨੂੰ ਬੜੀ ਦੇਰ ਤੋਂ ਕਾਫੀ ਦੇਰ ਤੋਂ ਵੇਖਦਾ, ਤੁਹਾਡਾ ਮੈਨੂੰ ਪਤਾ ਨਹੀਂ। ਚਲੋ। ਆਓ ਜੀ ਲੇਕਿਨ ਟਿਕਟੋਕ ਵਗੈਰਾ ਦੇਖਦਾ। ਸ਼ੁਰੂ ਹੋ ਜਾਓ। ਕੀ ਬਾਤ ਹੈ। ਓਏ ਟਿਕਟੋਕ ਤੇ ਤੁਹਾਡੀਆਂ ਦੇਖੀਆਂ ਵੀਡੀਓ ਮੀਆਂ ਮਿਹਰਬਾਨੀ। ਚਲੋ ਜੀ ਇੰਜੋਏ ਕਰੋ। ਥੈਂਕ ਯੂ ਸਰ। ਓਕੇ ਬਾਏ 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 ਬਾਏ। ਬਾਏ ਬਾਏ। ਸਰ ਜੀ ਇਹ ਸਾਡਾ ਬੜਾ ਪੀਸਫੁਲ ਜਿਹਾ ਪਿੰਡ ਹੈ। ਜ਼ਿਆਦਾਤਰ ਇੱਥੇ ਰਾਈ ਔਰ ਅਵਾਨ ਬਰਾਦਰੀ ਹੈ, ਚੱਕ ਹੈ ਹਾਂਜੀ, ਤੇ ਪੁਰਸਕੂਨ ਜਿਹਾ ਹੈ, ਕੋਈ ਲੜਾਈ ਝਗੜੇ ਵਾਲੀ ਗੱਲ ਨਹੀਂ ਹੈ ਇੱਥੇ। अच्छा राई बरादरी ज्यादा है। ਰਾਈ ਔਰ ਅਵਾਨ ਬਰਾਦਰੀ ਮਤਲਬ ਜ਼ਿਆਦਾ ਹੈ। ਗੁੱਜਰਾਂ ਦੇ ਘਰ ਸਾਰੇ ਥੋੜਾ ਗੁੱਜਰਾਂ ਦੇ ਕੋਈ ਕੁਝ ਘਰ ਹੈ ਨੇ, ਮਤਲਬ ਮਿਕਸ ਵੀ ਕਾਫੀ ਸਾਰੀਆਂ ਤੁਹਾਡੇ ਬੈਠੀਆਂ ਹੋਈਆਂ। ਮਾਸ਼ਾਅੱਲਾ ਇਲਾਕੇ 'ਚ ਕਬੱਡੀ ਵੀ ਬੜੀ ਖੇਡੀ ਹੈ। ਹਾਂਜੀ ਸਰ ਕਬੱਡੀ ਸਾਡੇ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਮੈਚਸ ਨੇ ਨਾ, ਚੀਚਾ ਉਤਮੀ ਸਟੇਡੀਅਮ ਸਾਡੇ ਕਿਸੇ ਟਾਈਮ ਤੇ ਹੁੰਦੇ ਰਹੇ ਨੇ। ਉਹ ਸਾਡਾ ਰਾਣਾ ਅਲੀ ਸ਼ਾਨ ਹੈ ਇੱਥੋਂ ਦਾ ਇੱਕ ਫੇਮਸ ਹਾਂਜੀ, ਹਾਂਜੀ। ਉਹ ਨਾਲ ਹੀ ਪਿੰਡ ਹੈ, ਬਿਲਕੁਲ ਅਗਲਾ ਪਿੰਡ ਉਹਨਾਂ ਦਾ 13 ਚੱਕ ਨਾ ਅੱਛਾ ਆਪਣਾ ਗੇਟ ਹੈ। ਇਹ ਗੇਟ ਹੈ। ਵਾਹ ਜੀ ਵਾਹ। ਓ ਯਾਰ ਇੰਤਹਾਈ ਖੂਬਸੂਰਤ। ਇਹ 1968 ਦਾ ਬਣਿਆ ਹੋਇਆ ਹੈ ਔਰ ਇੱਧਰਲਾ ਜਿੰਨਾ ਵੀ ਇਹਦਾ ਹਿੱਸਾ ਹੈ ਨਾ, ਇਹ ਸਾਰਾ 100% ਮਤਲਬ ਓਰੀਜਨਲ ਉਸੇ ਤਰ੍ਹਾਂ ਹੀ ਹੈ। ਕੁਛ ਹਿੱਸਾ ਜਿਹੜਾ ਇੱਧਰ ਹੈ ਨਾ ਸਰ, ਇਹ ਬਾਅਦ ਚ ਕੰਸਟਰਕਸ਼ਨ ਹੋਈ ਆ। ਮਤਲਬ ਗਰਾਜ ਉੱਪਰ ਜਿਹੜਾ ਨਜ਼ਰ ਆ ਰਿਹਾ ਹੈ ਇਹ ਪ੍ਰੋਬਲਮ। ਤੇ ਇਹ 1968 ਵਾਹ। ਇਹ ਹੁਣ ਥੋੜੇ ਪਿੱਛੇ ਸਾਡੇ ਓਲੇ ਪਏ ਆ, ਉਹਦੀ ਵਜ੍ਹਾ ਤੋਂ ਨਾ ਬਹੁਤ ਮਤਲਬ 480 ਗ੍ਰਾਮ ਦਾ ਓਲਾ ਸੀ। ਉਹ 480 ਨਿਸ਼ਾਨ ਨਜ਼ਰ ਆ ਰਹੇ ਨੇ, ਉਹ ਵੀ ਵੱਜੇ ਹੋਏ ਨੇ। ਸ਼ੇਡਸ ਵੀ ਜਿਹੜੇ ਟੁੱਟੇ ਨੇ ਨਾ, ਇਹ ਉਹਦੀ ਵਜ੍ਹਾ ਤੋਂ। ਔਰ ਆਲਮੋਸਟ ਉਹਨੇ ਤਕਰੀਬਨ ਸਾਡੀ 99 ਫਸਲ 99% ਤਬਾਹ ਕਰ ਦਿੱਤੀ ਸੀ। 480 ਬਰੋ। ਹਾਂਜੀ ਮੰਜੀ ਚਾਰ ਪਾਵੇਂ ਦੀ ਇਕੱਠੀ ਆਵਾਜ਼ ਆਂਦੀ ਜਿਹੜੀ, ਇਹ ਆਵਾਜ਼ਾਂ ਨੂੰ ਤਰਸ ਗਏ। ਜੇ ਮੰਜੀ 'ਚ ਕਾੜ ਹੋਵੇ ਤਾਂ ਬਹੁਤ ਹੀ ਹੁੰਦੀ। ਨਹੀਂ ਜਦੋਂ ਇੱਕ ਵਾਰੀ ਬੰਦਾ ਬੰਦੇ ਨਾ ਉੱਥੇ ਐਕਟੀਵਿਟੀਜ਼ ਮੈਂ ਸਾਰੀਆਂ ਕੀਤੀਆਂ ਸਰ। ਮੈਂ ਸਕਾਈ ਡਾਈਵ ਵੀ ਕੀਤੀ ਹੋਈ ਹੈ ਉਹ ਬਹੁਤ ਅੱਛਾ ਹੈ। ਔਰ ਸਕੂਬਾ ਵੀ ਕੀਤੀ ਹੋਈ ਹੈ। ਤੇ ਨੋ ਡਾਊਟ ਬੀਚਿਸ ਮੈਂ ਕਹਿੰਦਾ ਕਿ ਕਮਾਲ ਨੇ, ਉਹਨਾਂ ਦੇ ਬਹੁਤ ਕਮਾਲ ਦੇ ਬੀਚਿਸ ਨੇ। ਵੀਅਤਨਾਮ ਦੇ ਵਿੱਚ ਵੀ ਬਹੁਤ ਖੂਬਸੂਰਤ ਨੇ ਤੇ ਸ੍ਰੀਲੰਕਾ ਦੇ ਵਿੱਚ ਵੀ। ਮੰਮੀ ਇੱਕ ਬੀਚ ਨਾ ਉਧਰ ਰੱਖ ਕੇ ਇੱਧਰ ਸਾਧਨ ਨਾ। ਤੇ ਇਹ ਜਿਹੜਾ ਹੁਣ ਸਾਡੇ ਘਰ ਦਾ ਨਾ ਰੋਡ ਹੈ, ਮੁਰਦਾ ਬੰਦੇ ਨੂੰ ਸੜਕ ਬਣਾਤੀ ਤੇ ਜ਼ਿੰਦਾ ਟੁੱਟੇ ਤੇ ਰੁਲ ਇਹ ਸਾਡੇ ਇੱਥੇ ਸਾਈਕੀ ਹੈ ਜੀ। ਦੇਖ ਮਰੇ ਬੰਦੇ ਮਰਨ ਦੀ ਇੱਜ਼ਤ ਲੱਭਦੀ ਹੈ ਇੱਥੇ, ਰਿਸਪੈਕਟ ਲੱਭਦੀ ਹੈ, ਜਾਂ ਕਹਿ ਲਓ ਤਵੱਜੋ ਜਿਹੜੀ ਲੱਭਦੀ ਹੈ ਨਾ। ਹਾਂਜੀ ਖਾਨ ਸਾਹਿਬ ਨੇ ਸਹੀ ਕਿਹਾ ਸੀ ਨਾ, ਸਕੂਨ ਸਿਰਫ ਕਬਰ में ही है। ਹਾਂ। ਸਹੂਲੀਅਤ ਸਾਰੀਆਂ ਹੈ ਇਸ ਪਿੰਡ 'ਚ। ਗੈਸ ਹੈ ਇਸ ਪਿੰਡ 'ਚ 2013 ਤੋਂ। ਬੱਕਰੀਆਂ ਚਲੋ ਵਾਹ। ਜੀ ਬਾਬਾ ਜੀ ਓਏ ਮਾਸ਼ਾਅੱਲਾ। ਇਹ ਲਿਆ ਭਾਈ ਬੱਕਰਾ ਅੱਛਾ ਛੋਟਾ ਜਿਹਾ ਵੇਚਿਆ ਸੀਗਾ ਤਾਂ ਹੁਣ ਦੁਬਾਰਾ ਮੋੜ ਕੇ ਲਿਆਂਦਾ। ਵੇਚ ਦਿੱਤਾ ਸੀ। ਹਾਂਜੀ ਵੇਚ ਕੇ ਫਿਰ ਦੁਬਾਰਾ ਲਿਆ ਵਾ। ਛੋਟਾ ਜਿਹਾ ਵੇਚਿਆ ਸੀ ਅੱਛਾ ਤੇ ਹੁਣ ਇਹ ਵੱਡਾ ਹੋ ਗਿਆ, ਹੁਣ ਫਿਰ ਦੁਬਾਰਾ 5 ਲੱਖ ਦਾ ਲਿਆਂਦਾ। ਮਾਸ਼ਾਅੱਲਾ। ਦਾ ਸੌਦਾ ਕੀਤਾ ਆਪ ਹੀ ਪਾਲ ਲੈਣਾ ਇਹਨਾਂ ਨੂੰ। ਨਹੀਂ ਜੀ ਪਾਲਿਆ ਤਾਂ ਆਪ ਹੀ ਸੀਗਾ, ਤੇ ਫਿਰ ਦੁਬਾਰਾ ਜਾਨੀ ਕਿ ਬੱਚੇ ਬਹੁਤ ਅੱਛੇ ਆ। ਯਾਨੀ ਕਿ ਤੁਹਾਨੂੰ ਇਹਦੇ ਤੇ ਪਿਆਰ ਆ ਗਿਆ, ਹਾਂਜੀ ਤੁਸੀਂ ਕਿਹਾ ਮੈਂ ਵਾਪਸ ਲੈਣਾ ਹੈ, ਇਹ ਮੇਰਾ ਬੱਚਾ ਹੈ। ਇਹ ਤਾਂ ਹੀ। ਮਾਸ਼ਾਅੱਲਾ ਬਹੁਤ ਪਿਆਰਾ ਹੈ। ਇਹ ਵੀ ਕਿਤੇ ਸੜ ਨਾ ਜਾਣ, ਲੇਕਿਨ ਇਹ ਨਾ ਹਰ 2 ਸਾਲ ਬਾਅਦ 1 ਸਾਲ ਸਾਹ ਲੈ ਜਾਂਦੇ ਨੇ। ਔਰ ਇਹ ਚੌਂਸਾ ਹੈ, ਉਹ ਸਾਨੂੰ ਜਦੋਂ ਇਹ ਫਲ ਦਿੰਦਾ ਸਾਨੂੰ ਅੰਬ ਬਾਹਰੋਂ ਲੈਣ ਦੀ ਲੋੜ ਹੀ ਨਹੀਂ ਪੈਂਦੀ, ਬਲਕਿ ਸਾਨੂੰ ਵੰਡਣੇ ਪੈ ਜਾਂਦੇ। ਇਹਨਾਂ ਦੋਵਾਂ ਦਰਖਤਾਂ ਤੋਂ ਬੜਾ ਫਲ ਮਿਲਦਾ ਇਹਦਾ। ਇਹ ਇੰਨਾ ਦਰਖਤ ਕਿੰਨੀ ਦੇਰ ਚ ਵੱਡਾ ਹੁੰਦਾ ਭਲਾ?
ਭਾਈ ਇਹ ਮੇਰਾ ਖਿਆਲ ਆ ਇਹਨੂੰ 10 ਕੁ ਸਾਲ ਹੋ ਗਏ ਹੋਣੇ। 10 ਸਾਲ ਨਾ। ਫਲ ਦੇਣਾ ਕਦੋਂ ਸਟਾਰਟ ਕਰਦਾ? 1 ਸਾਲ ਇੱਕ ਦਫਾ ਹੁਣ ਲਾਓ ਤੇ ਜਿਹੜੀ ਬਰੀਡਿੰਗ ਆ ਗਈ ਹੈ ਉਹ ਤੇ ਕੋਈ 3-4 ਸਾਲ ਬਾਅਦ ਵੀ ਮੇਰੇ ਖਿਆਲ ਸ਼ੁਰੂ ਕਰ ਦਿੰਦੀ ਹੈ। ਕੁਛ ਜਿਹੜੇ ਉਹ ਲੇਟ ਕਰਦੇ ਨੇ। ਓਕੇ। ਡਿਪੈਂਡ ਕਰਦਾ ਹੁਣ। ਕਿੰਨੂ ਦੀ ਵੀ ਖਾਸ ਕਰ ਕਹਿੰਦੇ ਕਿ ਆ ਹੁਣ ਮੈਂ ਅੰਜੀਰ ਲਾਈ ਹੈ, ਉਹ ਇਤਨਾ ਜਿਹਾ ਪੌਦਾ ਹੈ, ਉਹਨੂੰ ਫਰੂਟ ਲੱਗ ਵੀ ਗਿਆ ਹੈ। ਹਾਂਜੀ ਵੇਖਿਆ ਮੈਂ। ਹਾਂਜੀ, ਇੱਕ ਅੰਜੀਰ ਇੱਥੇ ਵੀ ਲੱਗਾ ਹੋਇਆ ਹੈ, ਉਹ ਕੋਈ ਪਰਿੰਦਾ ਵੀ ਸਿੱਟ ਗਿਆ ਤੇ ਉਹ ਵੀ ਮਾਸ਼ਾਅੱਲਾ ਵਾਵਾ ਹੋ ਗਿਆ ਹੋਇਆ ਹੈ। ਆ ਪਰਾਲੀ ਆਲੂਆਂ ਦੀ ਪਈ ਹੈ, ਇੱਥੇ ਆਲੂ ਦੀ ਢੇਰੀ ਲਾਈ ਹੋਈ ਸੀ ਤੇ ਪਰਾਲੀ ਫਿਰ ਉਹਦੇ ਉੱਤੇ ਪਾਈ ਦੀ ਹੈ। ਆਲੂਆਂ ਦੇ ਉੱਤੇ? ਹਾਂ, ਇਹ ਤੁਸੀਂ ਸਮਝਦੇ ਹੋ ਇਹਦਾ ਕਨਸੈਪਟ ਕੀ ਹੈ? ਨਹੀਂ। ਇਹ ਝੋਨੇ ਤੋਂ ਬਣਦੀ ਹੈ ਪਰਾਲੀ, ਔਰ ਇਹ ਠੰਡੀ ਇਸ ਲਈ ਹੁੰਦੀ ਹੈ ਕਿ ਝੋਨੇ ਨੂੰ ਪਾਣੀ ਬਹੁਤ ਦਿੱਤਾ ਜਾਂਦਾ ਹੈ, ਹਮੇਸ਼ਾ ਇਹ ਪਾਣੀ ਡਿਪ ਰਹਿੰਦੀ ਹੈ। ਹਾਂਜੀ। ਇਹਦੇ ਅੰਦਰ ਟੈਂਪਰੇਚਰ ਨਾ ਮਤਲਬ ਬਾਹਰ ਨਾਲੋਂ ਕਾਫੀ ਨੀਚੇ ਹੋਏਗਾ। ਆਲੂ ਦੀ ਢੇਰੀ ਲਾ ਕੇ ਨਾ ਉਹਦੇ ਉੱਪਰ ਅਗਰ ਮਤਲਬ ਟੈਂਪਰੇਰੀ ਸਟੋਰ ਕਹਿ ਸਕਦੇ ਤੁਸੀਂ ਇਹਨੂੰ, ਤੇ ਉਹਨੂੰ ਢੱਕ ਦੇਈਦੇ ਨੇ ਕਿ ਅਗਰ ਅਸੀਂ ਕੋਲਡ ਸਟੋਰ ਨਹੀਂ ਦੇਣੇ, ਅਸੀਂ ਵੇਚਣੇ ਆ ਤੇ ਫਿਰ ਟੈਂਪਰੇਰੀ ਸਟੋਰ ਇਸ ਤਰ੍ਹਾਂ ਕਰੀਦੇ ਨੇ। ਅੱਛਾ ਅੱਛਾ। ਇੱਥੇ ਅੱਗੇ ਆਲੂਆਂ ਦੀ ਢੇਰੀਆਂ ਸੀ, ਉਹਨੂੰ ਵੇਚ ਦਿੱਤੇ ਨੇ ਤੇ ਇਹ ਇੱਥੇ ਕਾਫੀ ਦਿਨ ਨਿਕਲ ਜਾਂਦੇ ਨੇ। ਕਹਿ ਲਓ ਕਿ ਫਰਵਰੀ ਵਿੱਚ ਆਲੂ ਪੱਟ ਹੁੰਦਾ ਹੈ, ਮਾਰਚ ਅਪ੍ਰੈਲ 2 ਮਹੀਨੇ ਕੱਢ ਜਾਂਦਾ ਹੈ। 2 ਮਹੀਨੇ 2 ਮਹੀਨੇ ਪਰਾਲੀ ਦੇ ਵਿੱਚ? ਹਾਂਜੀ, ਪਰਾਲੀ ਦੇ ਵਿੱਚ। ਅਸਮਾਨ ਥੱਲੇ। ਅਸੀਂ ਹੁਣ ਮਈ ਚਾਲੂ ਵੇਚੇ ਤੇ ਜਦੋਂ ਬਾਰਿਸ਼ ਵਗੈਰਾ ਹੁੰਦੀ ਹੈ ਕੁਛ ਉੱਤੇ ਫਿਰ ਛਾਪਰ ਦੇਣਾ ਪੈਂਦਾ ਜਾਂ ਤਰਪਾਲ ਪਾਉਣੀ ਪੈਂਦੀ ਕਿਉਂਕਿ ਹੈ। ਪਾਣੀ ਭਿੱਜੇਗਾ ਤੇ ਉਹ ਫਿਰ ਫੁੱਟ ਪਏਗਾ ਨਾ। ਇਹ ਜਦੋਂ ਬੱਦਲ ਚੜਦਾ ਹੈ ਸਾਡੇ ਦੌੜਾਂ ਲੱਗ ਜਾਂਦੀਆਂ ਨੇ। ਯਾਨੀ ਕਿ ਅਗਰ ਗਿੱਲਾ ਹੋਏਗਾ ਆਲੂ ਤੇ ਫੁੱਟ ਪਏਗਾ। ਆਲੂ ਫੁੱਟ ਪਏਗਾ, ਨਾਲੇ ਇਹ ਖਰਾਬ ਹੋ ਜਾਏਗੀ। ਇਹ ਵੀ ਲੇਕਿਨ ਉਹ ਹੁਣ ਤਿਆਰ ਹੈ। ਇਹ ਡਰ ਗਿਆ? ਇਦਾਂ ਇਹਨਾਂ ਨੂੰ ਕੱਢ ਕੇ ਰੱਖ ਦੇਣੀ ਆ। ਦੇਖੋ ਯਾਰ ਇਹ ਸਨਸੈਟ ਤੇ ਕਲਰ ਹੀ ਕਮਾਲ ਆਂਦਾ ਹੈ। ਜ਼ਬਰਦਸਤ। ਹੁਣ ਮੈਨੂੰ ਤੁਹਾਡਾ ਰਾਜ਼ ਦਾ ਪਤਾ ਲੱਗਿਆ। ਕੀ ਬਾਤ ਹੈ। ਇਧਰ ਵੇਖੋ ਸਕਰੀਨ 'ਤੇ, ਇਹ ਜਿਹੜਾ ਇਹਨਾਂ ਦੇ ਕਲਰ ਦਾ ਰਾਜ਼ ਹੈ, ਸਨਸੈਟ। ਅਮੇਜ਼ਿੰਗ। ਬਿਊਟੀਫੁਲ। ਸ਼ੁਕਰ ਹੈ। ਚਾਚਾ ਜੀ ਮੁਸਕਰਾ ਰਹੇ ਨੇ। ਠੀਕ ਹੈ, ਮੈਂ ਤੁਹਾਨੂੰ ਨਾਲ ਬੋਰਾ ਭਰ ਕੇ ਦੇਣਾ ਸੀ। ਨਹੀਂ ਮੈਂ ਤੁਸੀਂ ਅਗਰ 2 ਹਫ਼ਤੇ ਪਹਿਲੇ ਹੁੰਦੇ ਨਾ, ਛੱਲੀ ਬੜੀ ਖਾਣ ਵਾਲੀ ਸੀ। ਇਹ ਟਰੈਕਟਰ ਟਰਾਲੀ ਵੇਖ ਕੇ ਮੈਨੂੰ ਆਪਣੇ ਬਚਪਨ ਦਾ ਖਿਡੌਣਾ ਯਾਦ ਆ ਗਿਆ ਹੈ। ਪਲਾਸਟਿਕ ਦਾ ਇੱਕ ਟਰੈਕਟਰ ਤੇ ਟਰਾਲੀ ਲੱਭਦੀ ਸੀ ਔਰ ਉਹਦੇ ਵਿੱਚ ਮਿੱਟੀ ਢੋਂਦੇ ਸਾਂ ਅਸੀਂ ਔਰ ਖੇਡਨੇ ਸਾਂ। ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਟਰੈਕਟਰ ਟਰਾਲੀ ਨਾਲ ਖੇਡ ਕੇ ਬੰਦਾ ਰੱਜਦਾ ਨਹੀਂ ਸੀ। ਇਹ ਮੇਰੀ ਜ਼ਿੰਦਗੀ ਦਾ ਇੱਕ ਖੂਬਸੂਰਤ ਤਰੀਨ ਦਿਨ ਬਣ ਗਿਆ ਹੈ, ਇੱਕ ਯਾਦਗਾਰ ਬਣ ਗਿਆ ਹੈ, ਇੱਕ ਖੂਬਸੂਰਤ ਤਰੀਨ ਸਨਸੈਟ ਦੇ ਨਾਲ। ਸਰ ਜੀ ਇਹ ਇੰਨਾ ਸ਼ਹਿਰਾਂ 'ਚ ਕਿਉਂ ਨਹੀਂ ਖੂਬਸੂਰਤ ਲੱਗਦਾ ਸੂਰਜ? ਉੱਥੇ ਵੀ ਖੂਬਸੂਰਤ ਹੁੰਦਾ, ਸਾਡੇ ਕੋਲ ਟਾਈਮ ਨਹੀਂ ਹੁੰਦਾ। ਇੰਨਾ ਖੁੱਲਾ ਨਜ਼ਰ ਨਹੀਂ ਆਉਂਦਾ ਸ਼ਾਇਦ। ਨਹੀਂ, ਸਾਡੇ ਕੋਲ ਟਾਈਮ ਨਹੀਂ ਹੁੰਦਾ। ਯਾਨੀ ਕਿ ਖੂਬਸੂਰਤ ਇੰਨਾ ਹੀ ਹੈ, ਇੰਨਾ ਹੀ। ਸਾਡੇ ਕੋਲ ਟਾਈਮ ਨਹੀਂ ਹੈ। ਕੀ ਬਾਤ ਹੈ। ਬਾਪ ਬੱਚੇ ਜਿਹੜੇ ਨੇ ਉਹ ਦਿਲ ਨਹੀਂ ਭਰਦਾ ਪਿਆ, ਜਾ ਰਹੇ ਨੇ। ਦਿਲ ਨਹੀਂ ਭਰਦਾ ਪਿਆ। ਖੂਬਸੂਰਤ। ਤੇ ਭਾਈ ਮੇਰੀ ਨਜ਼ਰ 'ਚ ਨਾ ਸਨਸੈਟ ਮੁਖਤਲਿਫ ਚੀਜ਼ਾਂ ਦਾ ਕੰਬੀਨੇਸ਼ਨ ਹੈ। ਓਕੇ ਹੁਣ ਸਨਸੈਟ ਹੋ ਰਿਹਾ ਵਾ, ਆ ਰੋਡ ਚੱਲ ਰਿਹਾ, ਇਹਦੇ ਤੋਂ ਵਾਪਸ ਆਉਂਦੇ ਹਨ ਮਜ਼ਦੂਰ, ਜੀ। ਸਾਈਕਲ ਤੇ ਕੋਈ ਆ ਰਿਹਾ ਹੈ ਮਜ਼ਦੂਰੀ ਕਰਕੇ, ਕਿਉਂਕਿ ਸ਼ਾਮ ਦਾ ਟਾਈਮ ਇਹਨਾਂ ਨੇ ਘਰ ਵਾਪਸ ਆਉਣਾ। ਆ ਬਿਲਕੁਲ ਦੇਖੋ ਨਾ, ਪਰਿੰਦੇ ਵੀ ਵਾਪਸ ਜਾ ਰਹੇ ਆਪਣੇ ਘਰਾਂ ਨੂੰ। ਖੂਬਸੂਰਤ। ਠੀਕ ਹੈ, ਔਰ ਫਿਰ ਆ ਢਲਦਾ ਹੋਇਆ ਸੂਰਜ। ਮਾਸ਼ਾਅੱਲਾ। ਇਹ ਮਤਲਬ ਜਦੋਂ ਵੀ ਸਨਸੈਟ ਹੁੰਦਾ ਹੈ, ਕਦੀ ਕਦੀ ਨਾ ਘਰ ਦੀ ਐਸੀ ਯਾਦ ਕਰਾਉਂਦਾ ਹੈ ਕਿ ਮਤਲਬ ਤੁਹਾਨੂੰ ਹੁੰਦਾ ਕਿ ਵਾਪਸ ਘਰ ਚਲੇ ਜਾਈਏ, ਕਿ ਹੁਣ ਸ਼ਾਮ ਪੈ ਗਈ, ਹੁਣ ਘਰ ਜਾਣ ਦਾ ਟਾਈਮ ਹੋ ਗਿਆ। ਬਿਲਕੁਲ ਔਰ ਕੁਦਰਤੀ ਗੱਲ ਹੈ ਕਿ ਪਰਿੰਦੇ ਵੀ ਹਮੇਸ਼ਾ ਸਨਸੈਟ ਵੱਲ ਵਾਪਸ ਜਾਂਦੇ ਨੇ। ਬਿਲਕੁਲ। ਹਾਂਜੀ, ਰੋਸ਼ਨੀ ਵੱਲ, ਕਿ ਰੋਸ਼ਨੀ ਮੁੱਕ ਰਹੀ ਹੈ, ਮੁੱਕਦੇ ਘਰ ਪਹੁੰਚ ਜਾਈਏ। ਇਹ ਜਾ ਰਿਹਾ ਸਾਡਾ ਡਰੋਨ। ਜਿਵੇਂ ਭਾਈ ਇੱਥੋਂ ਅਸੀਂ ਡਰੋਨ ਸ਼ਾਟ ਲੈ ਸਕਦੇ ਹਾਂ? ਹਾਂਜੀ ਹਾਂਜੀ ਜੀ ਜੀ, ਇਹ ਸਾਰਾ ਕੈਪਚਰ ਹੋਏਗਾ। ਔਰ ਇਹ ਮੈਂ ਡਰੋਨ ਸ਼ਾਟ ਇਹਨਾਂ ਕੋਲ ਸ਼ੇਅਰ ਕਰਵਾ ਕੇ ਜਾਣਾ। ਦੋਸਤੋ ਉਮੀਦ ਕਰਨਾ ਤੁਹਾਨੂੰ ਪਿੰਡ ਕਾਫੀ ਪਸੰਦ ਆਇਆ ਹੋਵੇਗਾ। ਇਹ ਸੀ ਡੇਰਾ ਜਵੇਦ ਖਾਲਿਕ, ਚੱਕ 3512 L ਬਗਦਾਦ ਸ਼ਰੀਫ, ਚੀਚਾ ਵਤਨੀ। ਅਜੇ ਵੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਖੂਬਸੂਰਤ ਤਰੀਨ ਪਿੰਡ ਮੌਜੂਦ ਨੇ। ਮੈਨੂੰ ਇੰਝ ਲੱਗਦਾ ਸੀ ਕਿ ਪਿੰਡ ਖ਼ਤਮ ਹੋ ਚੁੱਕੇ ਨੇ, ਲੇਕਿਨ ਹੈ ਨੇ। ਅਗਰ ਨਹੀਂ ਤਾਂ ਸਾਡੇ ਕੋਲ ਵਕਤ ਨਹੀਂ, ਟਾਈਮ ਨਹੀਂ, ਸਮਾਂ ਨਹੀਂ। ਜਾਵੇਦ ਭਾਈ ਦਾ ਮੈਂ ਦਿਲੋਂ ਸ਼ੁਕਰੀਆ ਅਦਾ ਕਰਨਾ, ਜਿਨ੍ਹਾਂ ਨੇ ਨਾ ਸਿਰਫ ਮੈਨੂੰ ਬਲਕਿ ਮੇਰੇ ਨਾਲ ਮਿਲਣ ਆਉਣ ਵਾਲੇ ਹਰ ਬੰਦੇ ਨੂੰ ਇੱਜ਼ਤ ਦਿੱਤੀ। ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ, ਹੱਸਦੇ ਰਹੋ, ਵਸਦੇ ਰਹੋ। ਜ਼ਿੰਦਗੀ ਰਹੀ ਤੇ ਜ਼ਰੂਰ ਦੁਬਾਰਾ ਮਿਲਾਂਗੇ।